सतनाम श्री वाहिगुरु साहिब जी। जिथे जाए वह मेरा सतगुरु, सो थान सुहावा राम राजी। गुर सिखी सो थान भालिया, लै धूर मुख लावा। गुर सिखां की घाल थाए पई, जिन हर नाम ध्यावा। जिन नानक सतगुर पूजिया, तिन हर पूज करावा। जिथे जाए वह मेरा सतगुरु, सो थान सुहावा राम राजे। वाणी गुरु गुरु है बाणी, बिच बाणी अमृत सारे। गुरबाणी कहै सेवक जन मानै, परताख गुरु निस्तारे। गुरबाणी कहै सेवक जन मानै, परताख गुरु निस्तारे। जुगो जुग अटल चावर छतर तख्त दे मालक, दुनिया दे सांझे रहबर सतगुरु पातशाह साहिब श्री गुरु ग्रंथ साहिब महाराज जी की पावन और पवित्र निੱਘੀ गोद दे विच बैठ के सतगुरु जी की पावन बाणी का आनंद लै रही गुरु प्यारी गुरु सवारी साध संगत जी। आओ सब तो पहला धन धन साहिब श्री गुरु गोबिंद सिंह साहिब महाराज जी का बख्शिया होया फतेह का नारा बुलंद करते हुए सारी संगत गज के बुलाओ फतेह जी। आखो वाहिगुरु जी का खालसा, वाहिगुरु जी की फतेह। सब तो पहला संगत जी धन धन साहिब श्री गुरु ग्रंथ साहिब महाराज जी दे पहले प्रकाश पुरब दियां, जिन्हों कि अज गुरु की कृपा दे नाल 416 साल हो चुके हैं। 1604 ईस्वी दे विच गुरु पातशाह जी का पहला प्रकाश श्री हरमंदर साहिब जी दे विच होया। अज 416 साल हो चुके हैं। संगत नूं दास वल्लों देशां विदेशां विच वसदियां संगतां नूं सतगुरां जी दे पहले पुरब प्रकाश दियां लख लख वधाइयां पाई। सो आओ अज आपां निरोल इतिहास दे नाल जुड़ना है। किवें सतगुरु पातशाह पंजवें पातशाह गुरु अर्जन देव महाराज जी नूं तीजे पातशाह उन्हां दे नाने गुरु अमरदास महाराज जी तो ये वर प्राप्त होया बचपन दे विच ही। किवें उन्हां ने गुरु पातशाह जी दे उन्हां बोलां नूं पूरा करदियां होया सतगुरु गुरु ग्रंथ साहिब महाराज जी की बाणी नूं एक संग्रह दिता, एक इकट्ठ दिता, एक ग्रंथ रूप दिता पोथियां रूप तो। ये सारी विचार सांझी करनी करिए संगत जी। धन धन गुरु अमरदास महाराज जी दे दोते गुरु अर्जन देव महाराज बीबी भानी जी दे सपुत्र, गुरु रामदास महाराज जी दे बेटे गुरु अर्जन देव महाराज जी नूं बचपन दे विच ही ये वर प्राप्त हो गया सी। मैं आप जी दे नाल विचार सांझी करनी करां। जदों गुरु अर्जन देव महाराज जी रिड़दे हुंदे सन
ਤਾਂ ਉਹਨਾਂ ਨੂੰ 2 ਵਾਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਬਚਨ ਪ੍ਰਾਪਤ ਹੋਏ, ਵਰ ਪ੍ਰਾਪਤ ਹੋਇਆ 2 ਵਾਰ। ਪਹਿਲਾ ਉਦੋਂ ਪ੍ਰਾਪਤ ਹੋਇਆ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਰਿੜਦੇ ਰਿੜਦੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਲੰਘੇ ਦੇ ਕੋਲ ਗਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਪ੍ਰਸ਼ਾਦਾ ਛਕ ਰਹੇ ਸੀ, ਪਲੰਘ ਤੇ ਬੈਠੇ ਬਿਰਾਜਮਾਨ ਹੋਏ ਤੇ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਹ ਪ੍ਰਸ਼ਾਦੇ ਵਾਲੀ ਥਾਲੀ ਨੂੰ ਹੱਥ ਪਾ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਆਪਦੇ ਵੱਲ ਖਿੱਚਣਾ ਕੀਤਾ, ਕਿਉਂਕਿ ਬੱਚੇ ਨੂੰ ਆਦਤ ਹੁੰਦੀ ਆ ਕੋਈ ਵੀ ਚੀਜ਼ ਆ ਉਹਨੇ ਖਿੱਚ ਕੇ ਆਪਦੇ ਮੂੰਹ ਵੱਲ ਲੈ ਕੇ ਜਾਣੀ ਹੁੰਦੀ ਆ। ਤੇ ਜਦੋਂ ਗੁਰੂ ਅਰਜਨ ਦੇਵ ਮਹਾਰਾਜ ਜੀ ਛੋਟੇ ਜਿਹੇ ਸੀ, ਰਿੜ ਕੇ ਆਪਦੇ ਨਾਨੇ ਦੇ ਪਲੰਘ ਦੇ ਕੋਲ ਗਏ ਤੇ ਬੀਬੀ ਭਾਨੀ ਜੀ ਕੰਮੀ ਧੰਦੀ ਲੱਗੇ ਹੋਏ ਸੀ। ਅਰਜਨ ਦੇਵ ਅਮਰਦਾਸ ਮਹਾਰਾਜ ਜੀ ਦੇ ਮੂਹਰੋਂ ਖਿੱਚਣ ਦੀ ਕੋਸ਼ਿਸ਼ ਕੀਤੀ ਛੋਟੇ ਜਿਹੇ ਹੁੰਦਿਆਂ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਠਹਿਰ ਜਾ ਪੁੱਤਰਾ, ਪਹਿਲਾਂ ਇਹ ਥਾਲੀ ਤੇਰੇ ਪਿਤਾ ਕੋਲ ਜਾਵੇਗੀ, ਫਿਰ ਇਹ ਥਾਲੀ ਦਾ ਮਾਲਕ ਤੂੰ ਬਣਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿਣ ਦਾ ਭਾਵ ਗੁਰੂ ਅਮਰਦਾਸ ਮਹਾਰਾਜ ਜੀ ਨੇ ਪਹਿਲਾਂ ਬਚਨ ਕਰ ਦਿੱਤੇ ਸੀ ਵੀ ਗੁਰਤਾ ਗੱਦੀ ਤੇ ਵਿਰਾਜਮਾਨ ਪਹਿਲਾਂ ਤੇਰਾ ਬਾਪ ਹੋਵੇਗਾ, ਉਸ ਤੋਂ ਬਾਅਦ ਤੂੰ ਗੁਰਤਾ ਗੱਦੀ ਤੇ ਵਿਰਾਜਮਾਨ ਹੋਵੇਗਾ। ਅਗਲਾ ਬਚਨ ਗੁਰੂ ਅਮਰਦਾਸ ਮਹਾਰਾਜ ਜੀ ਕੋਲ ਇਦਾਂ ਹੀ ਦੂਸਰੀ ਵਾਰ ਜਦੋਂ ਗੁਰੂ ਪਾਤਸ਼ਾਹ ਜੀ ਪਲੰਘ ਤੇ ਵਿਰਾਜਮਾਨ ਸੀ, ਗੁਰੂ ਅਰਜਨ ਦੇਵ ਮਹਾਰਾਜ ਆਪ ਤੇ ਇਹਨਾਂ ਨੇ ਬਾਣੀ ਦਾ ਬੋਹਥਾ ਬਣਨਾ, ਇੱਕ ਦਿਨ ਬਾਣੀ ਨੂੰ ਪੋਥੀਆਂ ਰੂਪ ਤੋਂ ਸੰਗ੍ਰਹਿ ਰੂਪ ਦੇਣਾ, ਇਕੱਤਰ ਕਰਨਾ, ਇੱਕ ਇਕੱਠ ਦੇ ਵਿੱਚ ਲੈਣਾ, ਇੱਕ ਗ੍ਰੰਥ ਰੂਪ ਦੇ ਕੇ ਬਾਣੀ ਦਾ ਇਹਨਾਂ ਨੇ ਬੋਹਥਾ ਬਣਨਾ। ਬੋਹਥ ਹੁੰਦਾ ਜਹਾਜ਼। ਵਾਹਿਗੁਰੂ ਨਾਮ ਜਹਾਜ਼ ਹੈ, ਜਹਾਜ਼ ਤਿਆਰ ਕਰਨਾ ਇਹਨਾਂ ਨੇ, ਦੁਨੀਆ ਨੂੰ ਤਾਰਨ ਵਾਸਤੇ ਨਾਮ ਰੂਪੀ ਜਹਾਜ਼ ਤਿਆਰ ਕਰਨਾ, ਬਾਣੀ ਰੂਪੀ ਜਹਾਜ਼ ਤਿਆਰ ਕਰਨਾ। ਉਹ ਬਚਨ ਪੂਰੇ ਹੋਏ ਸੰਗਤ ਜੀ। ਅੱਜ ਵੀ ਬੜੇ ਗੁਰੂ ਪਾਤਸ਼ਾਹ ਦਾ ਓਟ ਆਸਰਾ ਲੈ ਕੇ ਆਪਦਾ ਨਾਮ ਵੇਚਦੇ ਆ, ਦੁਕਾਨਾਂ ਖੋਲੀਆਂ ਹੋਈਆਂ ਅੱਜ ਵੀ ਬੜਿਆਂ ਨੇ, ਪਰ ਉਹਨਾਂ ਟਾਈਮਾਂ ਤੇ ਵੀ ਦੁਕਾਨਾਂ ਖੁੱਲੀਆਂ ਹੋਈਆਂ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਜਦੋਂ ਗੁਰਤਾ ਗੱਦੀ ਮਿਲਦੀ ਹੈ, ਛੋਟਿਆਂ ਨੂੰ, ਗੁਰੂ ਰਾਮਦਾਸ ਮਹਾਰਾਜ ਜੀ ਦੇ ਸਭ ਤੋਂ ਛੋਟੇ ਪੁੱਤ ਸੀ ਗੁਰੂ ਅਰਜਨ ਦੇਵ ਮਹਾਰਾਜ, ਸਭ ਤੋਂ ਵੱਡਾ ਸੀ ਪਿਰਥੀ ਚੰਦ, ਜਿਹਨੂੰ ਅਸੀਂ ਪਿਰਥੀਆ ਕਹਿ ਕੇ ਇਤਿਹਾਸ ਦੇ ਵਿੱਚ ਯਾਦ ਕਰਦੇ ਹਾਂ, ਜਿਹਦਾ ਭਾਏਮਾਨ ਕਰ ਦਿੱਤਾ ਨਾ ਗੁਰੂ ਰਾਮਦਾਸ ਮਹਾਰਾਜ ਜੀ ਨੇ, ਕਿਉਂਕਿ ਬਚਨ ਸਾਡੇ ਗੁਰੂ ਅਮਰਦਾਸ ਮਹਾਰਾਜ ਜੀ ਦਾ, ਸਤਿਗੁਰਾਂ ਦੇ ਨਾਨੇ ਦਾ ਬਚਨ ਪੂਰਾ ਹੋਣਾ ਸੀ। ਤੇ ਜਦੋਂ ਗੁਰਤਾ ਗੱਦੀ ਤੇ ਸੁਭਾਏਮਾਨ ਬਿਰਾਜਮਾਨ ਕਰ ਦਿੱਤਾ ਤੇ ਪਿਰਥੀ ਚੰਦ ਨੇ ਬੜਾ ਵਿਰੋਧ ਕੀਤਾ ਗੁਰੂ ਪਾਤਸ਼ਾਹ ਜੀ ਦਾ। ਬੜੀਆਂ ਚਾਲਾਂ ਚੱਲੀਆਂ ਵਿਰੋਧੀਆਂ ਦੇ ਨਾਲ ਰਲ ਰਲ ਕੇ, ਇੱਥੋਂ ਤੱਕ ਸ਼ਰੀਕੇਬਾਜੀ ਦੇ ਵਿੱਚ ਪਿਰਥੀ ਚੰਦ ਦੇ ਘਰ ਵਾਲੀ ਨੇ ਵੀ ਘਾਟ ਨਹੀਂ ਛੱਡੀ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਪੁੱਤਰ ਬੜੇ ਸਮੇਂ ਬਾਅਦ ਪੈਦਾ ਹੋਏ ਸੀ। ਗੁਰੂ ਹਰਗੋਬਿੰਦ ਮਹਾਰਾਜ ਸ਼ਾਦੀ ਤੋਂ ਬਹੁਤੇ ਸਾਲਾਂ ਦੇ ਬਾਅਦ ਪੁੱਤਰ ਪੈਦਾ ਹੁੰਦਾ, ਪਰ ਉਹਨਾਂ ਚਿਰ ਤਾਨੇ ਸਹਿਣੇ ਪਏ ਸੀ ਮਾਤਾ ਗੰਗਾ ਜੀ ਨੂੰ, ਬੜੇ ਤਾਨੇ ਸਹਿਣੇ ਪਏ ਸੀ। ਫਿਰ ਸੰਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਬਾਬਾ ਬੁੱਢਾ ਜੀ ਦੇ ਜਵਾਨੋਂ ਜੋ ਬਚਨ ਗੁਰੂ ਨੇ ਕਰਵਾਏ, ਕਿਉਂਕਿ ਆਪਦੇ ਸਿੱਖ ਨੂੰ ਵਡਿਆਈ ਦਿੱਤੀ, ਬਚਨ ਗੁਰੂ ਦਾ ਸੀ, ਜਵਾਨ ਸਿੱਖ ਦੀ ਤੋਂ ਕਰਵਾਇਆ ਗੁਰੂ ਨੇ ਆਪਦੇ ਸਿੱਖ ਨੂੰ ਵਡਿਆਈ ਬਖਸ਼ਣ ਵਾਸਤੇ। ਉਹਨਾਂ ਦੇ ਬਚਨ ਦੇ ਨਾਲ ਇੱਕ ਪੁੱਤਰ ਪੈਦਾ ਹੋਇਆ, ਦਲ ਭੰਜਨ ਗੁਰਸੂਰਮਾ ਵੱਡ ਜੋਧਾ ਬਹੁ ਪਰਉਪਕਾਰੀ। ਇਸ ਤੋਂ ਪਹਿਲਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਬੜਾ ਕੁਝ ਕਹਿਣਾ ਹੁੰਦਾ ਸੀ ਪਿਰਥੀ ਚੰਦ, ਕਹਿੰਦਾ ਤੇਰੇ ਘਰ ਤੇ ਔਲਾਦ ਨਹੀਂ ਹੋਈ ਤੇ ਮੇਰੇ ਘਰ ਦੇ ਵਿੱਚ ਮਿਹਰਬਾਨ ਮੇਰਾ ਪੁੱਤਰ ਹੈ। ਮੈਨੂੰ ਤਾਂ ਮੇਰਾ ਪਿਓ ਗੁਰਤਾ ਗੱਦੀ ਨਹੀਂ ਦੇ ਕੇ ਗਿਆ, ਆਪਣਾ ਬਾਪੂ ਗੁਰਤਾ ਗੱਦੀ ਨਹੀਂ ਦੇ ਕੇ ਗਿਆ, ਪਰ ਮੇਰੇ ਪੁੱਤ ਨੂੰ ਬਿਠਾਵੇਗਾ ਗੁਰਤਾ ਗੱਦੀ ਤੇ। ਕੌਣ? ਤੂੰ ਬਿਠਾਵੇਂਗਾ, ਕਿਉਂਕਿ ਤੇਰੇ ਘਰੇ ਔਲਾਦ ਨਹੀਂ ਤੇ ਮੇਰੇ ਘਰ ਦੇ ਵਿੱਚ ਔਲਾਦ ਹੈ ਗੁਰਤਾ ਗੱਦੀ। ਕਿਉਂਕਿ ਬਚਨ ਹੋ ਚੁੱਕਿਆ ਸੀ ਗੁਰੂ ਅਮਰਦਾਸ ਮਹਾਰਾਜ ਜੀ ਦਾ। ਸਤਿਗੁਰੂ ਜੀ ਨੇ ਕਹਿ ਦਿੱਤਾ ਸੀ, ਕਹਿੰਦੇ ਧੀਏ ਬੀਬੀ ਭਾਨੀ ਦੀ ਸੇਵਾ ਤੋਂ ਖੁਸ਼ ਹੋ ਕੇ, ਕਹਿੰਦੇ ਇਹ ਜਿਹੜੀ ਗੁਰਤਾ ਗੱਦੀ ਹੈ ਪੀੜ੍ਹੀ ਦਰ ਪੀੜ੍ਹੀ ਅੱਗੇ ਸੋਢੀਆਂ ਦੀ ਪੀੜ੍ਹੀ 'ਚ ਰਹੇਗੀ। ਚੱਲੀ ਪੀੜ੍ਹੀ ਸੋਢੀਆਂ ਰੂਪ ਦਿਖਾਵਣ ਬਾਰੋਂ ਬਾਰੀ, ਇਹ ਪੀੜ੍ਹੀ ਸੋਢੀਆਂ ਦੀ ਵਿੱਚ ਹੀ ਗੁਰਤਾ ਗੱਦੀ ਰਹੇਗੀ। ਤੇ ਇੱਥੇ ਪਿਰਥੀ ਚੰਦ ਕਹਿੰਦਾ ਸੀ ਹੁਣ ਸੋਢੀਆਂ ਦੀ ਪੀੜ੍ਹੀ 'ਚੋਂ ਬਾਹਰ ਗੁਰਤਾ ਗੱਦੀ ਜਾਂਦੀ ਨਹੀਂ, ਤੇ ਤੇਰੇ ਘਰ ਔਲਾਦ ਕੋਈ ਨਹੀਂ ਤੇ ਮੇਰੇ ਘਰ ਦੇ ਵਿੱਚ ਔਲਾਦ ਹੈ, ਮੇਰਾ ਪੁੱਤਰ ਮਿਹਰਬਾਨ ਤੇ ਗੁਰਤਾ ਗੱਦੀ ਤੇ ਇਹੀ ਬੈਠੂਗਾ। ਇਹ ਵਿਰੋਧਤਾ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਫਿਰ ਸੰਗਤ ਜੀ ਇਹ ਚਲਦਿਆਂ ਮਿਹਰਬਾਨ ਤੇ ਪਿਰਥੀ ਚੰਦ ਨੇ ਇੱਕ ਹੋਰ ਸਵਾਂਗ ਰਚਿਆ ਗੁਰੂ ਪਾਤਸ਼ਾਹ ਦੇ ਵਿਰੁੱਧ।
ਵਿਰੋਧਤਾਵਾਂ ਬੜੀਆਂ ਸੰਗਤ ਜੀ, ਜੇ ਕਿਤੇ ਇਹਨਾਂ ਵਿਰੋਧਤਾਵਾਂ ਤੇ ਵਿਚਾਰ ਕਰਨ ਲੱਗ ਜਾਈਏ ਬੜਾ ਸਮਾਂ ਲੱਗ ਜਾਵੇਗਾ, ਪਰ ਅੱਜ ਸਮਾਂ ਸੀਮਤ ਹੈ। ਸਮੇਂ ਦੇ ਵਿੱਚ ਆਪਾਂ ਨਾਲ ਦੀ ਨਾਲ ਵਿਚਾਰ ਉਹ ਕਰਨੀ ਜੀ ਦੀ ਬਾਣੀ ਦਾ ਸੰਗ੍ਰਹਿ ਹੋਇਆ, ਇਕੱਠ ਹੋਇਆ, ਗ੍ਰੰਥ ਰੂਪ ਦਿੱਤਾ ਗਿਆ, ਜਿਹੜਾ ਕਿ ਅੱਜ ਅਸੀਂ ਗੁਰੂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਮਨਾ ਰਹੇ ਹਾਂ। ਫਿਰ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੇ ਵਿਰੁੱਧ ਸਵਾਂਗ ਕੀ ਰਚਿਆ ਉਹ ਗੱਲ ਦੇਖੀਏ। ਜਦੋਂ ਗੁਰੂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਪੀਲੂ ਜੀ ਵਰਗਿਆਂ ਨਾਲ ਇੱਕ ਵਿਚਾਰ ਕੀਤੀ ਵੀ ਆਪਾਂ ਜਿਹੜੀ ਇਹ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪਹਿਲਾਂ ਵਾਲੀਆਂ 4 ਪਾਤਸ਼ਾਹੀਆਂ ਦੀ ਬਾਣੀ ਪੋਥੀਆਂ ਰੂਪ ਦੇ ਵਿੱਚ ਆ, ਭਗਤ ਸਹਿਬਾਨ ਜਿਹੜੇ ਗੁਰੂ ਪਾਤਸ਼ਾਹ ਤੋਂ ਪਹਿਲਾਂ ਹੋ ਚੁੱਕੇ ਸੀ ਉਹਨਾਂ ਦੀ ਬਾਣੀ ਇੱਕ ਪੋਥੀਆਂ ਰੂਪ ਦੇ ਵਿੱਚ ਗੁਰੂ ਪਾਤਸ਼ਾਹ ਕੋਲ ਸੀ। ਸਤਿਗੁਰਾਂ ਨੇ ਇਹ ਵਚਨ ਸੰਗਤ ਨਾਲ ਸਾਂਝਾ ਕੀਤਾ, ਕਿਉਂ ਨਾ ਭਾਈ ਇਹ ਪੋਥੀਆਂ ਨੂੰ ਇੱਕ ਗ੍ਰੰਥ ਰੂਪ ਦਿੱਤਾ ਜਾਵੇ, ਸਾਰੀ ਬਾਣੀ ਨੂੰ ਇੱਕ ਥਾਂ ਤੇ ਇਕੱਠਾ ਲਿਖ ਦਈਏ। ਸੰਗਤ ਨੇ ਵਿਚਾਰ ਕੀਤੀ ਗੁਰੂ ਪਾਤਸ਼ਾਹ ਜੀ ਦੇ ਨਾਲ ਬੈਠ ਕੇ। ਸੰਗਤ ਕਹਿੰਦੀ ਪਾਤਸ਼ਾਹ ਤੁਹਾਡਾ ਇਹ ਫੈਸਲਾ ਬੜਾ ਵਧੀਆ ਹੈ, ਇਹ ਸਾਰੀ ਬਾਣੀ ਹੁਣ ਬਾਰ-ਬਾਰ ਪੋਥੀਆਂ ਚੁੱਕ ਕੇ ਤਾਂ ਪੜ੍ਹੀ ਨਹੀਂ ਜਾਣੀ, ਇਹਨੂੰ ਇੱਕ ਰੂਪ ਦਿੱਤਾ ਜਾਵੇ, ਸਾਨੂੰ ਪੜ੍ਹਨਾ ਸੌਖਾ ਹੋ ਜਾਵੇ, ਗਿਆਨ ਲੈਣਾ ਸੌਖਾ ਹੋ ਜਾਵੇ। ਬਾਣੀ ਤੋਂ ਸਾਨੂੰ ਗਿਆਨ ਮਿਲਦਾ, ਕਿਉਂਕਿ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ, ਸਾਰੇ ਅੰਮ੍ਰਿਤ ਬਾਣੀ ਚੋਂ ਮਿਲਦੇ ਆ ਸੰਗਤ ਜੀ। ਗੁਰ ਬਾਣੀ ਕਹੈ ਸੇਵਕ ਜਨ ਮੰਨੈ। ਇੱਕ ਗੱਲ ਨੂੰ ਨੋਟ ਕਰਿਓ, ਗੁਰੂ ਦੀ ਬਾਣੀ ਕਹਿੰਦੀ ਹੈ ਸੇਵਕਾਂ ਨੇ ਮੰਨਣਾ ਹੁੰਦਾ। ਅਸੀਂ ਹੁਕਮਨਾਮਾ ਸਾਹਿਬ ਲੈਂਦੇ ਹਾਂ ਨਾ ਗੁਰੂ ਪਾਤਸ਼ਾਹ ਤੋਂ, ਉਦੋਂ ਅਸੀਂ ਗੁਰੂ ਦੇ ਚਰਨਾਂ 'ਚ ਇੱਕ ਬੇਨਤੀ ਵੀ ਕਰਦੇ ਹਾਂ, ਪਾਤਸ਼ਾਹ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ਿਓ। ਉਹ ਕੀ ਹੈ? ਗੁਰੂ ਦਾ ਬਚਨ ਹੈ ਸਾਡੇ ਲਈ, ਅਸੀਂ ਉਹਦੇ ਤੇ ਪਹਿਰਾ ਦੇਣਾ। ਗੁਰੂ ਦੇ ਬਚਨ ਤੇ, ਸਿੱਖ ਦਾ ਮਤਲਬ ਹੈ ਗੁਰੂ ਦੇ ਬਚਨ ਤੇ ਪਹਿਰਾ ਦੇਣਾ। ਤੇ ਫਿਰ ਸੰਗਤ ਜੀ ਜਦੋਂ ਗੁਰੂ ਪਾਤਸ਼ਾਹ ਨੇ ਇਹ ਬਾਣੀ ਨੂੰ ਇਕੱਤਰ ਕਰਨਾ ਕੀਤਾ ਨਾ, ਲਿਖਣਾ ਸ਼ੁਰੂ ਕੀਤਾ, ਇੱਕ ਓੰਕਾਰ ਤੋਂ ਕਾਗਜ਼ ਦਾ ਪ੍ਰਬੰਧ ਕੀਤਾ ਗਿਆ, ਸਿਆਹੀ ਦਾ ਪ੍ਰਬੰਧ ਕੀਤਾ ਗਿਆ। ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾਇਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਲਿਖਾਰੀ ਕੌਣ ਹੈ ਸੰਗਤ ਜੀ? ਇਹ ਇਤਿਹਾਸ ਦੇ ਸਵਾਲ ਹੈ। ਪਹਿਲੇ ਲਿਖਾਰੀ ਭਾਈ ਗੁਰਦਾਸ ਜੀ ਹੋਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ। ਦੂਜੇ ਲਿਖਾਰੀ ਹੋਏ ਆ ਭਾਈ ਮਣੀ ਸਿੰਘ ਜੀ, ਦਮਦਮਾ ਸਾਹਿਬ ਦੀ ਧਰਤੀ ਤੇ। ਬਾਬਾ ਬੁੱਢਾ ਜੀ ਨੂੰ ਨਾਲ ਸਹਾਇਕ ਲਿਖਾਰੀ ਲਾਇਆ ਗਿਆ। ਤੇ ਜਦੋਂ ਸਹਾਇਕ ਲਿਖਾਰੀ ਲਾਇਆ, ਬਾਣੀ ਲਿਖਣੀ ਸ਼ੁਰੂ ਕਰ ਦਿੱਤੀ। ਰਾਮ ਸਰੋਵਰ ਦੇ ਕੰਢੇ ਹਰਿਮੰਦਰ ਸਾਹਿਬ ਦੀ ਧਰਤੀ, ਜਿਹਦਾ ਨਾਮ ਇਸ ਤੋਂ ਪਹਿਲਾਂ ਚੱਕ ਰਾਮਦਾਸਪੁਰ ਸੀ। ਉੱਥੇ ਗੁਰੂ ਪਾਤਸ਼ਾਹ ਜੀ ਨੇ ਉਹ ਸਰੋਵਰ ਦੇ ਕੰਢੇ ਬੈਠ ਕੇ, ਜਿਹੜਾ ਕਿ ਬਣ ਚੁੱਕਿਆ ਸੀ, ਸਰੋਵਰ ਪੱਕਾ ਹੋ ਰਿਹਾ ਸੀ। ਇਹ 2 ਸਭਾਵਾਂ ਚੱਲਦੀਆਂ ਸੀ ਗੁਰੂ ਪਾਤਸ਼ਾਹ ਵੇਲੇ, ਇੱਕ ਬਾਣੀ ਨੂੰ ਇਕੱਤਰ ਕਰਨ ਦੀ ਸੇਵਾ, ਦੂਸਰਾ ਸਰੋਵਰ ਦੀਆਂ ਸਾਰੀਆਂ ਪ੍ਰਕਰਮਾਂ ਤੇ ਪੌੜੀਆਂ ਨੂੰ ਪੱਕਾ ਕਰਨ ਦੀ ਸੇਵਾ। ਇਹ ਉਦੋਂ ਚੱਲ ਰਹੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀ ਵੇਲੇ। ਤੇ ਸਤਿਗੁਰਾਂ ਨੇ ਫਿਰ ਬਾਣੀ ਜਦੋਂ ਇਕੱਤਰ ਕਰਨੀ ਕੀਤੀ, ਤੇ ਉਧਰ ਪਿਰਥੀ ਚੰਦ ਤੇ ਉਹਦੇ ਪੁੱਤਰ ਮਿਹਰਬਾਨ ਨੇ ਨਾਲ ਦੀ ਨਾਲ ਸਵਾਂਗ ਰਚਾਤਾ ਵੀ ਆਪਾਂ ਵੀ ਇੱਕ ਗ੍ਰੰਥ ਲਿਖ ਦਈਏ, ਸਿੱਖਾਂ ਦੇ ਵਿੱਚ ਉਲਝੇਵਾਂ ਪਾ ਦਿਆਂਗੇ ਵੀ ਕਿਹੜਾ ਗ੍ਰੰਥ ਅਸਲੀ ਹੈ ਤੇ ਕਿਹੜਾ ਨਕਲੀ ਹੈ, ਕਿਸੇ ਨੂੰ ਸਿਆਣ ਹੀ ਨਹੀਂ ਆਉਣ ਦੇਣੀ, ਕਿਉਂਕਿ ਨਾਲ ਆਪਾਂ ਨਾਂ ਹੀ ਉਦਾਂ ਦੇ ਪਾ ਦਿਆਂਗੇ ਜਿੱਦਾਂ ਦੇ ਇਹਨਾਂ ਦੀ ਬਾਣੀ 'ਚ ਨਾਮ ਹੈ। ਹੁਣ ਮੈਂ 2 ਪੰਗਤੀਆਂ 2 ਲਾਈਨਾਂ, ਪੰਗਤੀਆਂ ਨਾ ਕਵਾਂ, ਪੰਗਤੀਆਂ ਬਾਣੀ ਦੀਆਂ ਹੁੰਦੀਆਂ, ਜਿਹੜਾ ਊਟ ਪਟਾਂਗ ਲਿਖਿਆ ਹੁੰਦਾ ਉਹਨੂੰ ਲਾਈਨਾਂ ਹੀ ਕਹਿ ਸਕਦੇ ਹੁੰਦੇ ਆ। ਉਹ ਮੈਂ 2 ਆਪ ਜੀ ਦੇ ਨਾਲ ਸਾਂਝੀਆਂ ਕਰਦਾ। ਆਪਾਂ ਨਿੱਤ ਪੜ੍ਹਦੇ ਹਾਂ ਸੰਗਤ ਜੀ। ਇੱਕ ਤੇ ਆਪਾਂ ਇਨਵੀਟੇਸ਼ਨ ਕਾਰਡ ਦੇ ਉੱਪਰ ਪੜ੍ਹਦੇ ਹੁੰਦੇ ਆ ਨਾ, ਵਿਆਹ ਪਾਉਂਦੇ ਆ, ਉਹ ਤੇ ਲਿਖਿਆ ਹੁੰਦਾ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਇਹ ਪੜ੍ਹਦੇ ਹੁੰਦੇ ਆ ਨਾ। ਆ ਸਤਿਗੁਰੂ ਜੀ ਦੇ ਸਰੂਪ ਪ੍ਰਕਾਸ਼ ਨੇ। ਆਪ ਜੀ ਜੋ ਜਦੋਂ ਮਰਜ਼ੀ ਪੜ੍ਹ ਕੇ ਦੇਖ ਲਿਓ, ਇਹ ਪੰਗਤੀ ਕਦੇ ਗੁਰੂ ਗ੍ਰੰਥ ਸਾਹਿਬ ਦੀ ਨਹੀਂ, ਸਾਡੇ ਵਿੱਚ ਇੱਕ ਸਿੱਖਾਂ 'ਚ ਉਲਝੇਮ ਹੈ। ਇਹ ਪਿਰਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਲਿਖੀ ਹੋਈ ਹੈ। ਦੂਸਰੀ, ਰਾਮ ਵਧਾਵੈ ਸੋ ਵਧੇ ਬਲ ਕਰ ਵਧੇ ਨਾ ਕੋਈ। ਗੱਡੀਆਂ ਤੇ ਵੀ ਲਿਖਿਆ ਹੁੰਦਾ, ਬੱਸਾਂ ਟਰੱਕਾਂ ਤੇ ਲਿਖਿਆ ਹੁੰਦਾ, ਮੂਹਰੇ ਅੱਗੇ ਸ਼ੀਸ਼ੇ ਤੇ। ਉਹ ਸਾਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੰਗਤੀ ਨਹੀਂ। ਤੀਸਰੀ ਆਪ ਜੀ ਦੇ ਨਾਲ ਸਾਂਝੀ ਕਰਦਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਸਤਿਗੁਰੂ ਜੀ ਦੇ ਵਿੱਚ ਇਹ ਪੰਗਤੀ ਕਦੇ ਨਹੀਂ ਆਵੇਗੀ। ਪੜ੍ਹ ਕੇ ਦੇਖ ਲਿਓ। ਅੱਜ ਕੱਲ੍ਹ ਨੈੱਟ ਤੇ ਚੱਲਦੇ ਆ, ਮੋਬਾਈਲਾਂ ਤੇ ਚੱਲਦੀ ਹੈ ਬਾਣੀ ਗੁਰੂ ਸਾਹਿਬ ਜੀ ਦੇ। ਹਰ ਇੱਕ ਪੇਜ ਨੂੰ ਆਪ ਪੜ੍ਹ ਸਕਦੇ ਹੋ, ਅੰਗ ਨੂੰ ਪੜ੍ਹ ਸਕਦੇ ਹੋ, ਇੱਕ ਵੀ ਅੰਗ ਤੇ ਇਹ ਪੰਗਤੀ ਨਹੀਂ ਮਿਲੂ ਆਪ ਜੀ ਨੂੰ। ਇਹ ਗੱਲਾਂ ਮਿਹਰਬਾਨ ਨੇ ਆਪਦਾ ਗ੍ਰੰਥ ਬਣਾਇਆ, ਉਹਦੇ ਵਿੱਚ ਫਿੱਟ ਕਰ ਦਿੱਤੀਆਂ ਸਾਡੇ ਸਿੱਖਾਂ 'ਚ ਉਲਝੇਵਾਂ ਪਾਉਣ ਵਾਸਤੇ। ਮਾਫ ਕਰਿਓ, ਅੱਜ ਅਸੀਂ ਜੇ ਗੁਰੂ ਦੀ ਬਾਣੀ ਤੋਂ ਦੂਰ ਹੋਏ ਆ ਨਾ, ਅਸੀਂ ਆਹ ਗੱਲਾਂ ਤੇ ਵਿਸ਼ਵਾਸ ਕੀਤਾ ਹੋਇਆ।
ਮੈਨੂੰ ਕਿਸੇ ਨੇ ਇਨਵੀਟੇਸ਼ਨ ਕਾਰਡ ਦਿੱਤਾ, ਮੈਂ ਆਪ ਜੀ ਨਾਲ ਗੱਲ ਸਾਂਝੀ ਕਰ ਲਵਾਂ। ਉਹਦੇ ਤੇ ਆਹ ਲਿਖਿਆ ਹੋਇਆ ਸੀ, ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ। ਚਲੋ ਮੈਂ ਪੜ੍ਹਿਆ, ਪੜ੍ਹ ਕੇ ਮੈਂ ਟਾਈਮ ਦੇਖਿਆ, ਦਿਨ ਦੇਖਿਆ, ਮੈਂ ਕਾਰਡ ਸੁੱਟ ਦਿੱਤਾ ਵੀ ਚਲੋ ਆਪਣੇ ਦਿਮਾਗ 'ਚ ਫਿੱਟ ਹੋ ਗਿਆ, ਇਸ ਵੀਰ ਦੇ ਜ਼ਰੂਰ ਜਾਣਾ ਪ੍ਰੋਗਰਾਮ 'ਤੇ ਆਪਾਂ। ਤੇ ਮੇਰੇ ਕੋਲ ਕੋਈ ਗੁਰਸਿੱਖ ਬੈਠੇ ਸੀ 2-3, ਮੈਨੂੰ ਕਹਿੰਦੇ ਬਾਬਾ ਜੀ ਤੁਸੀਂ ਬਾਣੀ ਦਾ ਇੰਨਾ ਸਤਿਕਾਰ ਵੀ ਇੱਥੇ ਤੁਸੀਂ ਗਲਤ ਕੀਤਾ ਕੰਮ, ਤੇ ਅੱਜ ਤੁਸੀਂ ਬਾਣੀ ਦੀ ਪੰਗਤੀ ਨੂੰ ਥੱਲੇ ਸੁੱਟਤਾ। ਮੈਂ ਕਿਹਾ ਭਾਈ ਕਿਹੜੀ ਬਾਣੀ? ਕਹਿੰਦੇ ਜੀ ਆਹ ਦੇਖੋ ਲਿਖਿਆ ਸਤਿਗੁਰ ਦਾਤੇ ਕਾਜ ਰਚਾਇਆ। ਮੈਂ ਕਿਹਾ ਮਿਹਰਬਾਨ ਦੀ ਝੂਠੀ ਬਾਣੀ ਆ, ਸਾਡੇ ਗੁਰੂ ਦੀ ਸੱਚੀ ਬਾਣੀ ਨਹੀਂ ਭਾਈ। ਅਸੀਂ ਸੱਚੀ ਬਾਣੀ ਦਾ ਸਤਿਕਾਰ ਕਰਦੇ ਹਾਂ, ਸਾਡੇ ਗੁਰੂ ਨੇ ਸੱਚੀ ਬਾਣੀ ਦਾ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਸਤਿਗੁਰੂ ਕਹਿੰਦੇ ਸੱਚੀ ਬਾਣੀ ਗਾਉਣੀ ਆ, ਸਿੱਖ ਨੇ ਕੱਚੀ ਤੇ ਝੂਠੀ ਬਾਣੀ ਕਦੇ ਨਹੀਂ ਗਾਉਣੀ। ਸੱਚੀ ਬਾਣੀ ਦਾ ਸਤਿਕਾਰ ਸਾਡੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕੀਤਾ, ਗੁਰੂ ਨਾਨਕ ਪਾਤਸ਼ਾਹ ਨੇ ਕੀਤਾ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕੀਤਾ, ਤੇ ਅਸੀਂ ਤੇ ਸਤਿਕਾਰ ਕਰਨਾ ਹੀ ਕਰਨਾ। ਸਾਡੇ ਪਿਓ ਦਾਦਿਆਂ ਨੇ ਕੀਤਾ ਸਤਿਕਾਰ। ਇਦਾਂ ਹੀ ਸੰਗਤ ਜੀ ਫਿਰ ਉਹਨੇ ਇਹ ਗ੍ਰੰਥ ਤਿਆਰ ਕੀਤਾ। ਤੇ ਇੱਧਰ ਗੁਰੂ ਪਾਤਸ਼ਾਹ ਪਹਿਲਾਂ ਉਹਦੀਆਂ ਚਾਲਾਂ ਨੂੰ ਸਮਝਦੇ ਸੀ, ਸਭ ਜਾਣਦੇ ਸੀ ਮੇਰੇ ਪਾਤਸ਼ਾਹ, ਸਤਿਗੁਰੂ ਨੂੰ ਸਭ ਪਤਾ ਸੀ। ਪਾਤਸ਼ਾਹ ਜੀ ਨੇ ਇਸ ਬਾਣੀ ਨੂੰ 2 ਤਰ੍ਹਾਂ ਦੇ ਜਿੰਦਰੇ ਲਾ ਦਿੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ। ਪਹਿਲਾ ਜਿੰਦਰਾ ਲਾਇਆ ਮਹੱਲੇ ਵਾਲਾ। ਅੱਜ ਮਾਫ ਕਰੋ, ਮਹਿਲਾ ਮਹਿਲਾ ਕਰੀ ਜਾਂਦੇ ਆ, ਪੜ੍ਹਾਉਣ ਵਾਲੇ ਵੀ ਕਰਦੇ ਆ ਸ਼ਲੋਕ ਮਹਿਲਾ। ਪਹਿਲਾ ਮਹਿਲਾ ਕੀ ਹੁੰਦੀ ਆ? ਮਹਿਲਾ ਤਾਂ ਇਸਤਰੀ ਹੁੰਦੀ ਆ। ਬਾਣੀ 'ਚ ਕਦੇ ਵੀ ਇਸਤਰੀ ਰੂਪ ਨਹੀਂ ਦਿੱਤਾ ਗਿਆ, ਗੁਰੂ ਨੂੰ ਪੁਰਸ਼ ਰੂਪ ਦਿੱਤਾ ਗਿਆ ਹੈ। ਆਹ ਜੀਵ ਨੂੰ ਇਸਤਰੀ ਰੂਪ ਦਿੱਤਾ ਗਿਆ। ਮਹਾਰਾਜ ਜੀ ਨੇ ਸਾਨੂੰ ਵਾਰ-ਵਾਰ ਕਿਹਾ ਧੰਨ, ਧੰਨ ਹੁੰਦੀ ਹੈ ਇਸਤਰੀ। ਪਿਰ, ਬਾਣੀ ਨੂੰ ਕਿਹਾ ਪਿਰ, ਪਿਰ ਹੁੰਦਾ ਪਤੀ, ਪਰਮਾਤਮਾ ਵੀ ਕਿਹਾ ਜਾ ਸਕਦਾ। ਸਤਿਗੁਰੂ ਦੀ ਬਾਣੀ ਪੁਰਸ਼ ਰੂਪ ਦੇ ਵਿੱਚ ਲਿਖੀ ਗਈ ਆ, ਮਹਿਲਾ ਰੂਪ 'ਚ ਕਦੇ ਨਹੀਂ ਲਿਖਿਆ ਸਤਿਗੁਰਾਂ ਨੇ। ਉਹਨੂੰ ਮਹੱਲਾ ਬੋਲਣਾ ਹੈ, ਅਧਕ ਲਾ ਕੇ ਬੋਲਣਾ ਹੈ ਸੰਗਤ ਜੀ, ਅਧਕ ਹਟਾ ਕੇ ਕਦੇ ਨਹੀਂ ਬੋਲਣਾ। ਤੇ ਸਤਿਗੁਰਾਂ ਨੇ ਪਹਿਲਾ ਜਿੰਦਰਾ ਲਾਇਆ ਸ਼ਲੋਕ ਮਹੱਲਾ ਪਹਿਲਾ, ਸ਼ਲੋਕ ਮਹੱਲਾ ਦੂਜਾ, ਤੀਜਾ, ਚੌਥਾ, ਪੰਜਵਾਂ। ਭਗਤ ਸਾਹਿਬਾਨਾਂ ਦੀ ਬਾਣੀ ਆਈ। ਬਾਣੀ ਭਗਤ ਕਬੀਰ ਜੀਓ ਕੀ, ਬਾਣੀ ਭਗਤ ਰਵਿਦਾਸ ਜੀਓ ਕੀ, ਬਾਣੀ ਭਗਤ ਬੇਣੀ ਜੀਓ ਕੀ, ਬਾਣੀ ਭਗਤ ਭੀਖਣ ਜੀ ਕੀ, ਬਾਣੀ ਭਗਤ ਸਾਰੇ ਭਗਤਾਂ ਦਾ ਕਹਿਣ ਦਾ ਭਾਵ ਨਾਮ ਲੈ ਦਿੱਤਾ 15 ਦੇ 15 ਭਗਤਾਂ ਦਾ, ਵੀ ਪੜ੍ਹਨ ਵਾਲੇ ਨੂੰ ਪਤਾ ਲੱਗ ਜੇ ਆ ਬਾਣੀ ਕਿਹਦੀ ਲਿਖੀ ਹੈ, ਮਿਹਰਬਾਨ ਦੀ ਤਾਂ ਨਹੀਂ ਲਿਖੀ। ਦੂਸਰਾ ਜਿੰਦਰਾ ਪਾਤਸ਼ਾਹ ਨੇ ਲਾਇਆ। ਅਖੀਰ ਤੇ ਸ਼ਬਦ ਦੀ ਲਾਸਟ ਪੰਕਤੀ ਦੇ ਵਿੱਚ ਜਾ ਕੇ ਨਾਨਕ ਦਾ ਨਾਮ ਪਾ ਦਿੱਤਾ। ਕਹਿ ਨਾਨਕ, ਕਹੋ ਨਾਨਕ, ਆਪਾਂ ਪੜ੍ਹਦੇ ਹਾਂ ਨਾ ਸੰਗਤ ਜੀ। ਉਹ ਨਾਨਕ ਦਾ ਨਾਮ ਰੂਪੀ ਜਿੰਦਰਾ ਲਾਇਆ ਗੁਰੂ ਜੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ। ਉਹਨਾਂ ਨੂੰ ਕੋਈ ਤੋੜ ਨਹੀਂ ਸਕਦਾ, ਵਿੱਚ ਰਲਵਟ ਨਹੀਂ ਕਰ ਸਕਦਾ। ਹੋਰ ਗ੍ਰੰਥਾਂ 'ਚ ਬੜਾ ਰਲਵਟ ਹੋ ਗਿਆ। 10ਵੇਂ ਪਾਤਸ਼ਾਹ ਦਾ 10ਵਾਂ ਗ੍ਰੰਥ ਪਵਿੱਤਰ ਗ੍ਰੰਥ ਸੀ, ਮਾਫ ਕਰਿਓ, ਉਹਦੇ ਵਿੱਚ ਰਲਵਟ ਬੜਾ। ਜਦੋਂ ਨਰੈਣੂ ਮਹੰਤ ਵਰਗਿਆਂ ਦੇ ਅੰਗਰੇਜ਼ਾਂ ਦੇ ਹੱਥਾਂ 'ਚ ਸਾਡਾ 50-50, 100-100 ਸਾਲ ਸਾਡੇ ਗ੍ਰੰਥ ਰਹਿ ਗਏ, ਉਦੋਂ ਸਾਰੇ ਗ੍ਰੰਥਾਂ ਦੇ ਵਿੱਚ ਰਲਵਟ ਹੋ ਗਿਆ। ਅੱਜ ਜਿਹੜੇ ਕਮਲੇ ਇਤਿਹਾਸਕਾਰ, ਕਮਲੇ ਅੱਜ ਜਿਹੜੇ ਪ੍ਰਚਾਰਕ ਮੇਰੇ ਵਰਗੇ ਬੈਠੇ ਕਹੀ ਜਾਂਦੇ ਆ ਜੀ ਗੁਰੂ ਜੀ ਨੇ ਐਂ ਕਰਤਾ ਜੀ, ਇਤਿਹਾਸ ਗੁਰੂ ਜੀ ਨੇ ਆਹ ਤੋਂ ਹੀ ਨਾ ਨਹੀਂ ਹੁੰਦਾ। ਕਦੇ ਇਹਦੀ ਸ਼ਾਨ ਘੱਟ ਨਹੀਂ ਪੈਂਦੀ, ਇਹ ਤੇ ਵੱਧਦੀ ਜਾਂਦੀ ਹੈ ਸੰਗਤ ਜੀ। ਤੇ ਫਿਰ ਪਾਤਸ਼ਾਹ ਜੀ ਦੇ ਇਹ 2 ਜਿੰਦਰੇ ਲਾਏ, ਕੋਈ ਨਹੀਂ ਤੋੜ ਸਕਿਆ। ਨਰੈਣੂ ਮਹੰਤ ਵਰਗਿਆਂ ਦੇ ਹੱਥਾਂ 'ਚ ਵੀ ਗ੍ਰੰਥ ਰਹਿ ਗਏ, ਤੇ ਮਾਫ ਕਰਿਓ ਅੰਗਰੇਜ਼ਾਂ ਦੇ ਹੱਥਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰਹਿ ਗਏ। ਹੋਰ ਬੜਿਆਂ ਜਿਹੜੇ ਅੱਜ ਕੱਲ੍ਹ ਚੱਲਦੇ, ਇਹਨਾਂ ਦੇ ਹੱਥਾਂ 'ਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਆ, ਕਦੇ ਵੀ ਰਲਵਟ ਨਹੀਂ ਕਰ ਸਕਦੇ। ਹੋਰ ਦੱਸਦਾ, ਗੁਰੂ ਜੀ ਨੇ 2 ਤਤਕਰੇ ਬਣਾਏ 30 ਰਾਗਾਂ ਦੇ। ਮੈਂ ਸਤੰਬਰ ਕਿਉਂ ਕਿਹਾ, ਅੱਜ ਤਾਂ ਅਗਸਤ ਹੀ ਹੈ ਜੀ, ਕਿਉਂਕਿ ਉਹਨਾਂ ਟਾਈਮਾਂ ਤੇ 4 ਭਾਦੋਂ 1 ਸਤੰਬਰ ਦੀ ਆਈ ਸੀ ਸੰਗਤ ਜੀ। ਅੱਜ 4 ਭਾਦੋਂ ਆ ਨਾ, ਅਸਲ ਦੇ ਵਿੱਚ ਅਸੀਂ ਤੇ ਇਹ ਭਾਦੋਂ ਨੂੰ ਮਨਾਉਣਾ ਹੈ। 4 ਭਾਦੋਂ ਨੂੰ ਗੁਰੂ ਜੀ ਦਾ ਪਹਿਲਾ ਪ੍ਰਕਾਸ਼ ਹੋਇਆ ਸੀ ਹਰਿਮੰਦਰ ਸਾਹਿਬ ਦੇ ਵਿੱਚ, ਉਦੋਂ 1 ਸਤੰਬਰ ਦੀ ਆਈ ਸੀ, ਅੱਜ 19 ਅਗਸਤ ਦੀ ਆ ਗਈ। ਇਹ ਜਿਹੜੇ ਅੰਗਰੇਜ਼ੀ ਮਹੀਨੇ ਆ ਵੱਧਦੇ ਘਟਦੇ ਆ, ਪਰ ਉਹ ਭਾਦੋਂ ਵਾਲੇ, ਅੱਸੂ ਵਾਲੇ, ਉਹ ਪੁਰਾਣੇ ਹੀ ਚੱਲਦੇ ਆ, ਉਵੇਂ ਹੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਉਦਾਂ ਹੀ ਚੱਲਦੇ ਆ। ਫਿਰ ਸੰਗਤ ਜੀ ਕੀ ਹੋਇਆ, ਸਤਿਗੁਰੂ ਜੀ ਨੇ ਇਹ ਤਤਕਰੇ ਬਣਾਏ 2, ਇੱਕ ਸ਼ਬਦਾਂ ਦਾ ਤਤਕਰਾ ਤੇ ਇੱਕ ਗੁਰੂ ਜੀ ਨੇ ਰਾਗਾਂ ਦਾ ਤਤਕਰਾ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੁਸੀਂ ਪੜ੍ਹਦੇ ਹੋ ਨਾ ਸੰਗਤ ਜੀ, ਪੜ੍ਹਨ ਵਾਲੀ ਸੰਗਤ ਬੈਠੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਪਿਆਰ ਕਰਨ ਵਾਲੀ ਸੰਗਤ ਬੈਠੀ ਆ। ਜਦੋਂ ਪੜ੍ਹਦੇ ਹੋ ਪਹਿਲਾਂ ਜਿਹੜੇ 14 ਪੇਜ ਨੇ, 14 ਅੰਗ ਨੇ, ਜਿੱਥੋਂ ਇੱਕ ਓਅੰਕਾਰ ਸ਼ੁਰੂ ਹੁੰਦਾ ਉਦੋਂ ਪਹਿਲਾਂ ਉਹਦੇ 'ਚ 2 ਤਤਕਰੇ ਆ। ਪੜ੍ਹਿਆ ਕਰੋ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਉਦੋਂ ਗਿਆਨ ਮਿਲਦਾ ਸਾਨੂੰ ਜਦੋਂ ਅਸੀਂ ਉਹਨੂੰ ਧਿਆਨ ਨਾਲ ਦੇਖਾਂਗੇ। ਪੜ੍ਹ ਗੱਡੀ ਲੱਦੀ ਆ, ਪੜ੍ਹ ਭਰੀ ਆ ਖਾਤ, ਉਹ ਨਹੀਂ ਬਣਨੀ। ਧਿਆਨ ਨਾਲ ਜੇ ਇੱਕ ਵੀ ਪੰਕਤੀ ਕਿਣਕਾ ਏਕ
ਜਿਸ ਜੀ ਵਸਾਵੈ। ਪਾਤਸ਼ਾਹ ਨੇ ਐਵੇਂ ਨਹੀਂ ਕਿਹਾ ਤਾਂ ਕਿ ਮਹਿਮਾ ਗਣੀ ਨਾ ਆਵੇ। ਗੁਰੂ ਤੇ ਜੇ ਕਿਣਕਾ ਮਾਤਰ ਵੀ ਭਰੋਸਾ ਕਰ ਲਈਏ ਨਾ, ਗੁਰੂ ਬਹੁਤ ਕੁਝ ਦਿੰਦਾ। ਤਤਕਰੇ ਨੂੰ ਬੜੋ ਸ਼ਬਦਾਂ ਦਾ ਤਤਕਰਾ ਦਿੱਤਾ। ਗੁਰੂ ਜੀ ਨੇ ਇੱਕ ਇੱਕ ਸ਼ਬਦ ਦਾ ਦੱਸਿਆ ਵੀ ਇੱਥੇ ਇੰਨੇ ਅੰਗ ਤੇ ਆਹ ਸ਼ਬਦ ਲਿਖਿਆ ਹੋਇਆ, ਆਹ ਪੰਗਤੀ ਕਰਦੀ ਹੈ ਸ਼ਬਦ ਨੂੰ। ਰਾਗਾਂ ਦਾ ਤਤਕਰਾ ਦਿੱਤਾ, ਇੰਨੇ ਅੰਗ ਤੇ ਆਹ ਰਾਗ ਸ਼ੁਰੂ ਹੁੰਦਾ, ਇੰਨੇ ਅੰਗ ਤੇ ਜਾ ਕੇ ਇਹ ਰਾਗ ਖਤਮ ਹੁੰਦਾ ਹੈ। ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਤਤਕਰਾ ਨਹੀਂ ਕੋਈ ਵਧਾ ਸਕਦਾ। ਗੁਰੂ ਨੇ ਬੜੇ ਜਿੰਦਰੇ ਲਾਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ। ਕੱਲ ਨੂੰ ਪਿਰਥੀ ਚੰਦ ਵਰਗਾ, ਮਿਹਰਬਾਨ ਵਰਗਾ ਗੁਰੂ ਜੀ ਦੇ ਕਿਤੇ ਇਸ ਬਾਣੀ ਦੇ ਵਿੱਚ ਰਲਵਟ ਨਾ ਕਰ ਲਵੇ। ਅਗਲੀ ਗੱਲ ਫਿਰ ਪਿਰਥੀ ਚੰਦ ਨੇ ਅਗਲੀ ਚਾਲ ਚੱਲੀ। ਜਦੋਂ ਇਹ ਨਾ ਹੋਇਆ ਵੀ ਗੁਰੂ ਨੇ ਤਾਂ ਜਿੰਦੇ ਲਾਤੇ ਬਾਣੀ ਨੂੰ, ਇਹ ਤਾਂ ਹੁਣ ਅਸੀਂ ਖੋਲ ਹੀ ਨਹੀਂ ਸਕਦੇ, ਦੁਨੀਆ ਦਾ ਕੋਈ ਨਹੀਂ ਖੋਲ ਸਕਦਾ ਇਹਨੂੰ। ਤੇ ਫਿਰ ਉਹਨੇ ਇੱਕ ਹੋਰ ਚਾਲ ਚੱਲੀ। ਕਾਨਾ, ਪੀਲੂ, ਛੱਜੂ ਤੇ ਸ਼ਾਹ ਹੁਸੈਨ, ਇਹ ਚਾਰ ਜਣੇ ਗੁਰੂ ਦੇ ਪਿਆਰ ਵਾਲੇ ਸਿੱਖ ਸੀ ਵੈਸੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ। ਇਹਨਾਂ ਚਾਰਾਂ ਨੂੰ ਤਿਆਰ ਕੀਤਾ। ਜਿਵੇਂ ਅੱਜ ਕੱਲ੍ਹ ਪ੍ਰਚਾਰਕ ਖਰੀਦੇ ਜਾਂਦੇ ਆ ਨਾ, ਮੈਂ ਕਿਸੇ ਦਾ ਸਪੈਸ਼ਲ ਤੌਰ ਤੇ ਨਾਮ ਨਹੀਂ ਲੈਂਦਾ। ਸੁਖ ਪਾਵਾਂ ਲੁਧਿਆਣਾ ਤੋਂ ਮੇਰੀ ਇਹ ਲਾਈਵ ਚੱਲ ਰਹੀ ਆ ਸਾਰੀ ਆਲ ਵਰਲਡ ਤੇ, ਮੈਂ ਕਿਸੇ ਦਾ ਸਪੈਸ਼ਲ ਨਾਮ ਨਹੀਂ ਲੈਂਦਾ। ਮੈਂ ਆਪ ਜੀ ਦੇ ਨਾਲ ਇੱਕ ਬੇਨਤੀ ਕਰਦਾ ਵੀ ਅੱਜ ਜਿਹੜੇ ਪ੍ਰਚਾਰਕ ਖਰੀਦੇ ਜਾਂਦੇ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ, ਇੱਦਾਂ ਹੀ ਫਿਰ ਟੀਕਾ ਟਿੱਪਣੀਆਂ ਕਰਨ ਲੱਗ ਪੈਂਦੇ ਆ। ਫਿਰ ਉਹ ਚਾਰ ਜਣੇ ਖਰੀਦੇ ਪਿਰਥੀ ਚੰਦ ਨੇ ਪੈਸੇ ਦੇ ਕੇ, ਦੇ ਕੇ ਖਰੀਦ ਕੇ, ਕਹਿੰਦਾ ਐ ਕਰੋ ਗੁਰੂ ਅਰਜਨ ਦੇਵ ਕੋਲ ਜਾਓ, ਜਾ ਕੇ ਤੁਹਾਡੇ ਨਾਲ ਪਿਆਰ ਕਰਦਾ ਗੁਰੂ। ਜਦੋਂ ਇੰਨਿਆਂ ਦੀ ਬਾਣੀ ਦਰਜ ਕਰਤੀ, 15 ਭਗਤਾਂ ਤੱਕ ਦੀ ਬਾਣੀ ਦਰਜ ਕਰਤੀ, 5 ਗੁਰੂਆਂ ਦੀ ਬਾਣੀ ਪਹਿਲਾਂ ਆਪਦੇ ਸਮੇਤ ਦਰਜ ਕਰ ਲਈ, ਤੇ ਫਿਰ ਤੁਹਾਡੀ ਵੀ ਕਰੂਗਾ। ਗੁਰੂ ਪਾਤਸ਼ਾਹ ਕਹਿੰਦੇ ਆਓ ਭਾਈ ਸਿੱਖੋ, ਬੈਠੋ, ਸਤਿਕਾਰ ਹੈ ਤੁਹਾਡਾ ਆਇਆਂ ਦਾ, ਦਰ ਆਇਆਂ ਦਾ। ਇੱਥੇ ਕਿਸੇ ਨਾਲ ਵਿਤਕਰਾ ਨਹੀਂ ਹੈ, ਗੁਰੂ ਨਾਨਕ ਦਾ ਦਰ ਹੈ, ਸਭ ਦਾ ਸਤਿਕਾਰ ਹੈ। ਜਦੋਂ ਬੈਠੇ ਮਹਾਰਾਜ ਕਹਿੰਦੇ ਆਓ, ਕਿਵੇਂ ਆਉਣਾ ਹੋਇਆ? ਕਹਿੰਦੇ ਮਹਾਰਾਜ ਆ ਗ੍ਰੰਥ ਦੇ ਵਿੱਚ ਸਾਡੀ ਬਾਣੀ ਵੀ ਦਰਜ ਕਰ ਜਾ। ਮਹਾਰਾਜ ਕਹਿੰਦੇ ਭਾਈ ਜੇ ਕਰਨਯੋਗ ਹੋਈ ਜ਼ਰੂਰ ਕਰਾਂਗੇ, ਸੁਣਾ ਦਿਓ। ਜੇ ਕਰਨਯੋਗ ਹੋਈ ਦਰਜ ਤਾਂ ਜ਼ਰੂਰ ਕਰ ਦਿਆਂਗੇ। ਜੇ ਕੋਈ ਗਿਆਨ ਵੰਡਦੀ ਹੋਈ ਦੁਨੀਆ ਨੂੰ ਤੁਹਾਡੀ ਕੀ ਕੋਈ ਇਤਰਾਜ਼ ਹੋ ਸਕਦਾ? ਜਿੱਥੇ ਇੰਨੇ ਭਗਤ ਹੋ ਸਕਦੀ ਹੈ ਇਹਦੇ ਵਿੱਚ ਦਰਜ, ਤੇ ਤੁਹਾਡੀ ਵੀ ਕਰ ਦਿਆਂਗੇ। ਮਹਾਰਾਜ ਜੀ ਕਹਿੰਦੇ ਚੰਗਾ ਸੁਣਾਓ। ਮੈਂ ਉਹੀ ਬਾਬਾ ਬੁੱਢਾ ਜੀ ਨੂੰ ਚੁਣਿਆ। ਮਹਾਰਾਜ ਜੀ ਨੇ ਬਾਬਾ ਬੁੱਢਾ ਜੀ ਨੂੰ ਚੁਣਿਆ। ਸਤਿਗੁਰਾਂ ਨੇ ਉਹਨਾਂ ਦੇ ਸ਼ੀਸ਼ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਰੱਖਿਆ ਤੇ ਆਪ ਚੌਰ ਬਰਦਾਰ ਬਣੇ। ਚੌਰ ਹੱਥ ਦੇ ਵਿੱਚ ਫੜਿਆ ਤੇ ਆਪ ਬਾਣੀ ਨੂੰ ਚੌਰ ਕਰਦੇ ਆ। ਗੁਰਤਾ ਗੱਦੀ ਤੇ ਆਪ ਬਿਰਾਜਮਾਨ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ। ਤੇ ਮਾਫ ਕਰਿਓ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਆਪ ਚੌਰ ਕਰਦੇ ਆ, ਸਿੱਖ ਦੇ ਸੀਸ ਤੇ ਰਖਾ ਕੇ। ਤੇ ਬਾਬਾ ਬੁੱਢਾ ਜੀ ਨੂੰ ਕਹਿੰਦੇ ਬਾਬਾ ਜੀ ਚੱਲੋ ਦਰਬਾਰ ਵੱਲ, ਚੱਲੋ ਗ੍ਰੰਥ ਨੂੰ, ਕਿਉਂਕਿ ਗੁਰੂ ਦਰਜਾ ਨਹੀਂ ਨਾ ਮਿਲਿਆ ਸੀ। ਇੰਨਾ ਸਤਿਕਾਰ ਬਾਣੀ ਦਾ। ਅੱਜ ਸਾਡੇ ਦਿਲਾਂ 'ਚ ਕਿੰਨਾ ਸਤਿਕਾਰ। ਸਮੇਂ ਦੀਆਂ ਸਰਕਾਰਾਂ ਨੇ ਨਾਲੀਆਂ 'ਚ ਰੋਲਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ। ਦੇਖਿਆ ਹੀ ਆ ਸਿੱਖੋ ਆਪਾਂ ਸਾਰਿਆਂ ਨੇ। ਮੈਂ ਕਿਸੇ ਤੇ ਟੀਕਾ ਟਿੱਪਣੀ ਨਹੀਂ ਕਰਦਾ। ਸਮੇਂ ਦੀਆਂ ਸਰਕਾਰਾਂ ਹੋਣ, ਮਾਫ ਕਰਿਓ, 23 ਲੱਖ ਰੁਪਇਆ ਖਾਤੇ ਦੇ ਵਿੱਚੋਂ ਨਿਕਲ ਜਾਂਦਾ, ਉਹਨੂੰ ਤਾਂ 5 ਮਿੰਟਾਂ 'ਚ ਫੜ ਲੈਂਦੀ ਹੈ ਸਮੇਂ ਦੀ ਸਰਕਾਰ। ਬੀਬੀ ਪ੍ਰਨੀਤ ਕੌਰ ਦੇ ਖਾਤੇ 'ਚੋਂ 23 ਲੱਖ ਰੁਪਇਆ ਨਿਕਲਾਂਗੇ। ਰਹੋ ਵਿਚਾਰੇ, ਵੱਖਰਾ ਪੁਆਇੰਟ ਹੈ, ਕਿਸੇ ਤੇ ਆਪਾਂ ਟੀਕਾ ਟਿੱਪਣੀ ਨਹੀਂ ਕਰਨੀ। ਨਰੋਲ ਗੁਰੂ ਦਾ ਇਤਿਹਾਸ। ਸਤਿਗੁਰਾਂ ਨੇ ਇੰਨਾ ਸਤਿਕਾਰ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ, ਬਾਬੇ ਬੁੱਢੇ ਜੀ ਦੇ ਸੀਸ ਤੇ ਰਖਾ ਕੇ। ਉਹ 4 ਦਰਵਾਜ਼ਿਆਂ ਵਾਲੇ ਦਰਬਾਰ ਦੇ